प्यारे बच्चों सत श्री अकाल। ਅਸੀਂ ਮਿਸ਼ਨ 100% ਨੂੰ ਪੂਰਾ ਕਰਨ ਦੇ ਲਈ ਜਮਾਤ ਤੀਸਰੀ ਲਈ 23/11/2020 ਲਈ ਹਾਂਜੀ ਇਹ ਜਿਹੜੀ ਸ਼ੀਟ ਹੈ ਬਣਾਉਣ ਜਾ ਰਹੇ ਹਾਂ। ਮੈਂ ਤੁਹਾਨੂੰ ਰੋਜ਼ ਕਹਿੰਦੀ ਹਾਂ, ਅੱਜ ਵੀ ਤੁਹਾਨੂੰ ਅੱਗੇ ਮੈਂ ਬੇਨਤੀ ਕਰਦੀ ਹਾਂ, ਠੀਕ ਹੈ ਨਾ। ਵੈਸੇ ਬੇਨਤੀ ਕਰਨ ਦਾ ਮੇਰਾ ਤੁਹਾਡੇ ਲਈ ਹੱਕ ਨਹੀਂ, ਕਿਉਂਕਿ ਮੈਂ ਤੁਹਾਡੀ ਟੀਚਰ ਹਾਂ। ਮੈਂ ਤੁਹਾਨੂੰ ਆਰਡਰ ਵੀ ਦੇ ਸਕਦੀ ਹਾਂ, ਪਰ ਫਿਰ ਮੈਂ ਤੁਹਾਨੂੰ ਕਹਿਣੀ ਹਾਂ ਬੱਚੋ, ਤੁਸੀਂ ਛੋਟੇ ਹੋ, ਤੁਹਾਨੂੰ ਪਤਾ ਨਹੀਂ। ਪਲੀਜ਼ ਸਾਰੇ ਕੁਐਸਚਨ ਆਨਸਰ ਚੰਗੀ ਤਰ੍ਹਾਂ ਸੁਣ ਕੇ ਤੁਸੀਂ ਆਪਣੀ ਕਾਪੀ 'ਤੇ ਉਤਾਰੋ, ਤਾਂ ਕਿ ਮਾਰਚ ਦੇ ਪੇਪਰਾਂ ਦੇ ਵਿੱਚ ਅਸੀਂ ਆਪਣੀ ਜੋ ਸਾਡੀ ਪੜ੍ਹਾਈ ਦੇ ਵਿੱਚ ਕਮੀ ਰਹਿ ਗਈ ਉਸ ਨੂੰ ਪੂਰਾ ਕਰ ਸਕੀਏ। ਸਾਰੇ ਪੇਪਰ ਤੁਹਾਨੂੰ ਇਸ ਦੇ ਵਿੱਚੋਂ ਹੀ ਆਉਣਗੇ। ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ। ਪਹਿਲਾ ਪੰਜਾਬੀ ਪਾਠ, ਦੂਸਰਾ ਪੰਜਾਬੀ। ਪ੍ਰਸ਼ਨ ਪਹਿਲਾ, ਕਰੀਮੂ ਕੋਲ ਕਿੰਨੇ ਊਠ ਸਨ? ਹਾਂਜੀ ਬੱਚਿਓ, ਕਰੀਮੂ ਕੋਲ ਕਿੰਨੇ ਊਠ ਸਨ? 10 ਊਠ ਸਨ। ਉਹ ਸਭ ਤੋਂ ਅਖੀਰਲੇ ਉੱਪਰ ਬੈਠਾ ਸੀ। ਪ੍ਰਸ਼ਨ ਦੂਸਰਾ, ਇਹਨਾਂ ਵਿੱਚੋਂ ਕਿਹੜਾ ਸਹੀ ਨਹੀਂ ਹੈ? ਕਰੀਮੂ ਕੋਲ 10 ਊਠ ਸਨ। ਇਹ ਬੱਚੋ ਬਿਲਕੁਲ ਸਹੀ ਹੈ, 10 ਊਠ ਸਨ। ਕਰੀਮੂ ਸਭ ਤੋਂ ਅਖੀਰਲੇ ਊਠ ਉੱਪਰ ਬੈਠ ਗਿਆ। ਹਾਂਜੀ ਸਹੀ ਗੱਲ ਹੈ, ਉਹ 10ਵੇਂ ਊਠ ਉੱਪਰ ਬੈਠ ਗਿਆ। ਊਠਾਂ ਨੂੰ ਬੱਚੋ ਬੋਤਾ ਵੀ ਕਹਿੰਦੇ ਨੇ ਲੋਕ, ਹੈ ਨਾ, ਬੋਤਾ ਵੀ ਕਿਹਾ ਜਾਂਦਾ ਇਸ ਨੂੰ। ਤੀਸਰਾ ਪ੍ਰਸ਼ਨ, ਕਰੀਮੂ ਲਈ ਰੇਤ ਉੱਪਰ ਤੁਰਨਾ ਸੌਖਾ ਸੀ। ਇਹ ਬੱਚੋ ਗਲਤ ਹੈ, ਕਿਉਂਕਿ ਜਿਹੜਾ ਰਾਹ ਸੀ ਰੇਤਲਾ ਸੀ, ਧੁੱਪ ਬਹੁਤ ਸੀ। ਕਰੀਮੂ ਨੂੰ ਕੀ ਹੈ, ਰੇਤਲੇ ਇਲਾਕੇ 'ਚ ਤੁਰਨਾ ਬਹੁਤ ਔਖਾ ਸੀ, ਇਸ ਕਰਕੇ ਉਹ ਆਪਣੇ ਊਠ ਉੱਪਰ ਬੈਠ ਗਿਆ। ਇਹ ਬੱਚੋ ਗਲਤ ਹੈ। ਚੌਥਾ, ਊਠਾਂ ਦੇ ਗਲ ਟੱਲੀਆਂ ਸਨ। ਇਹ ਬਿਲਕੁਲ ਸਹੀ ਹੈ, ਊਠਾਂ ਦੇ ਗਲ ਟੱਲੀਆਂ ਟਣਕ ਰਹੀਆਂ ਸਨ। ਤੀਸਰਾ ਪ੍ਰਸ਼ਨ, ਕਰੀਮੂ ਕਿਹੜਾ ਊਠ ਗਿਣਨਾ ਭੁੱਲ ਜਾਂਦਾ ਸੀ? ਹਾਂਜੀ ਬੱਚਿਓ, ਕਰੀਮੂ 10ਵਾਂ ਊਠ ਗਿਣਨਾ ਭੁੱਲ ਜਾਂਦਾ ਸੀ, ਕਿਉਂਕਿ ਉਹ ਉਸ ਉੱਪਰ ਆਪ ਬੈਠਾ ਸੀ। ਕਿਉਂਕਿ ਕੀ ਸੀ ਵੀ ਉਹ 10ਵਾਂ ਊਠ ਗਿਣਨਾ ਭੁੱਲ ਜਾਂਦਾ ਸੀ, ਕਿਉਂਕਿ 10ਵੇਂ ਊਠ ਉੱਪਰ ਉਹ ਆਪ ਬੈਠਾ ਸੀ। ਜਿਸ ਉੱਪਰ ਉਹ ਬੈਠਾ ਸੀ ਉਸ ਨੂੰ ਗਿਣਨਾ ਭੁੱਲ ਜਾਂਦਾ ਸੀ, ਉਸ ਨੂੰ ਨਹੀਂ ਗਿਣਦਾ ਸੀ। ਹਾਂਜੀ ਨੈਕਸਟ ਦੇਖੋ, ਵਾਤਾਵਰਨ ਮੇਰੀ ਦੁਨੀਆ, EVS ਇਨਵਾਇਰਮੈਂਟ। ਤਸਵੀਰ ਇਸ਼ਾਰਾ ਕਰਦੀ ਹੈ। ਹਾਂਜੀ ਬੱਚੋ ਦੇਖੋ, ਆਹ ਤਸਵੀਰ ਹੈ। ਤਸਵੀਰ ਕੀ ਇਸ਼ਾਰਾ ਕਰਦੀ ਹੈ? ਉੱਚਾ ਰਹੋ, ਨਹੀਂ ਹਾਰ ਗਏ, ਨਹੀਂ ਅਸੀਂ ਜਿੱਤ ਗਏ। 2 ਉਂਗਲਾਂ ਦਾ ਕੀ ਭਾਵ ਹੈ ਬੱਚੋ? ਅੰਗੂਠੇ ਦੇ ਨਾਲ ਵਾਲੀ ਇੱਕ ਉਂਗਲ ਅਤੇ ਨਾਲ ਵੱਡੀ ਉਂਗਲ, ਜਦੋਂ ਅਸੀਂ ਬਾਕੀ ਮੁੱਠੀ ਵਿੱਚ ਕੇ ਉਸ ਨੂੰ 2 ਉਂਗਲਾਂ ਖੜੀਆਂ ਕਰਦੇ ਹਾਂ ਤਾਂ ਭਾਵ ਹੈ ਅਸੀਂ ਜਿੱਤ ਗਏ। ਤੀਸਰਾ ਉੱਤਰ ਬਿਲਕੁਲ ਸਹੀ ਹੈ। ਦੂਸਰਾ ਪ੍ਰਸ਼ਨ, ਛੂਹ ਕੇ ਪੜ੍ਹ ਜਾਣ ਵਾਲੀ ਲਿਪੀ ਨੂੰ ਕੀ ਕਹਿੰਦੇ ਹਨ? ਹਾਂਜੀ ਬੱਚੋ, ਆਪਣੇ ਬੜੀ ਵਾਰੇ ਕੁਐਸਚਨ ਆਉਂਦਾ, ਉਸਨੂੰ ਬ੍ਰੇਲ ਲਿਪੀ ਕਹਿੰਦੇ ਹਨ, ਕਿਉਂਕਿ ਪੇਜ ਦੇ ਉੱਪਰ ਇੱਕ ਹਾਂਜੀ ਸੂਈ ਵਗੈਰਾ ਵਾਂਗ, ਜਿਸ ਤਰ੍ਹਾਂ ਆਪਾਂ ਸੂਈ ਖਵੋ ਕੇ ਇੱਕ ਕੀ ਹੈ ਦਾਣਾ ਜਿਹਾ ਬਣ ਜਾਂਦਾ ਹੈ, ਇਸ ਤਰ੍ਹਾਂ ਜਿਵੇਂ ਆਹ ਦਾਣੇ ਜਿਹੇ ਨੇ, ਹੈ ਨਾ, ਬਿਲਕੁਲ ਡਾਟਸ ਨੇ, ਇਹ ਕਿ ਉੱਪਰ ਨੂੰ ਉੱਭਰੇ ਹੁੰਦੇ ਹਨ। ਜਦੋਂ ਅਗਲਾ ਉਸ ਨੂੰ ਛੂਹਦਾ ਹੈ, ਜਿਹੜਾ ਅੰਧਾ ਹੁੰਦਾ ਤਾਂ ਉਸ ਨੂੰ ਆਪਣੀ ਪੜ੍ਹਾਈ ਬਾਰੇ ਪਤਾ ਹੁੰਦਾ, ਤਾਂ ਉਹ ਕੀ ਹੈ ਵੀ ਉਸ ਨੂੰ ਛੂਹ ਕੇ ਪੜ੍ਹ ਸਕਦਾ ਹੈ। ਅੱਗੇ ਦੇਖੋ ਜੀ, ਇੰਗਲਿਸ਼, ਚੂਜ਼ ਦਾ ਇਨਕਰੈਕਟ ਸਪੈਲਿੰਗ। ਇਨਕਰੈਕਟ ਹੁੰਦਾ ਗਲਤ। ਇਹਨਾਂ ਵਿੱਚੋਂ ਗਲਤ ਕਿਹੜੇ ਹਨ ਆਪਾਂ ਇਹ ਦੱਸਣਾ। ਦੇਖੋ ਬੱਚੋ, ਤੁਹਾਨੂੰ ਇੰਗਲਿਸ਼ ਕਾਊਂਟਿੰਗ ਆਉਂਦੀ ਹੈ। 7 ਹੁੰਦਾ 7, SEVEN 7, ELEVEN 11, TWE। ਦੇਖੋ ਬੱਚੋ, ਇੱਥੇ ਆਪਾਂ ਮਾਰ ਖਾ ਗਏ, TWE ਹੁੰਦਾ, ਇੱਥੇ ਕੀ ਲਿਖਿਆ TEW, ਇਸ ਕਰਕੇ ਇਹ ਗਲਤ ਹੈ। ਅੱਗੇ 14 ਠੀਕ ਹੈ, FOURTWEN 14 ਹੁੰਦਾ 14, 12 ਹੁੰਦਾ 12, 11 11, 7 ਹੁੰਦਾ 7, ਅਤੇ ਇਸ ਦੇ ਸਪੈਲਿੰਗ ਗਲਤ ਹਨ। ਤੁਸੀਂ ਖੁਦ ਕਰਕੇ ਲਿਖਣਾ ਹੈ, TWELVE 12, ਠੀਕ ਹੈ ਬੱਚੋ। ਤਾਂ ਸੀ ਆਨਸਰ ਸਹੀ ਆਨਸਰ ਹੈ। ਅੱਗੇ ਦੇਖੋ ਦੂਸਰਾ, ਵਿਚ ਆਫ ਦਾ ਫੋਲੋਇੰਗ ਕੈਨ ਨਾਟ ਬੀ ਯੂਜ਼ਡ ਫॉर ਇਟ। ਹਾਂਜੀ ਆਪਾਂ ਤੁਹਾਨੂੰ ਪਤਾ ਹੈ ਨਾ, ਆਪਾਂ ਜਿਹੜੀਆਂ ਬੇਜਾਨਦਾਰ ਚੀਜ਼ਾਂ ਨੇ ਉਹਨਾਂ ਲਈ ਆਪਾਂ ਇਟ ਵਰਤਦੇ ਹਾਂ ਮੋਸਟਲੀ, ਹੀ, ਅਤੇ ਜਿਹੜਾ ਲੜਕੇ ਉਹਨਾਂ ਲਈ ਹੀ ਅਤੇ ਕੁੜੀਆਂ ਲਈ ਸ਼ੀ। ਹਾਂਜੀ ਕਲਾਸ ਲਈ ਇਟ ਆ ਜਾਏਗਾ, ਡੋਲ ਲਈ ਵੀ ਇਟ ਵਰਤ ਸਕਦੇ ਹਾਂ, ਪਰ ਗਰਲ ਲਈ ਅਸੀਂ ਸ਼ੀ ਵਰਤਦੇ ਹਾਂ। ਜੇ ਮੁੰਡਾ ਹੁੰਦਾ ਬॉय ਤਾਂ ਹੀ, ਇਸ ਕਰਕੇ ਸ਼ੀ ਆਪਸ਼ਨ ਦੇ ਲਈ ਅਸੀਂ ਇਟ ਨਹੀਂ ਵਰਤ ਸਕਦੇ, ਬॉय ਠੀਕ ਹੈ। ਅੱਗੇ ਗਣਿਤ ਅਧਿਆਇ ਪਹਿਲਾ ਪ੍ਰਸ਼ਨ, ਰਸਲੀਨ ਨੇ ਗਿਣਤੀ 10 ਤੋਂ ਸ਼ੁਰੂ ਕੀਤੀ ਅਤੇ 5 ਦੀ ਅੰਤਰਾਲ ਗਿਣਤੀ ਵਿੱਚ ਕੀ ਨਹੀਂ ਆਏਗਾ? ਹਾਂਜੀ ਬੱਚੋ,
ਕੀ ਨਹੀਂ ਆਏਗਾ, ਆਪਾਂ ਇਹ ਦੱਸਣਾ ਹੈਗਾ। ਹਾਂਜੀ ਦੇਖੋ, ਜਦੋਂ 5 ਦੀ ਗਿਣਤੀ ਸ਼ੁਰੂ ਕਰਦੇ ਹਾਂ, 5 ਏਕਮ 5, 5 ਦੂਣੇ 10, 5 ਤੀਏ 15, 10 ਤੋਂ ਸ਼ੁਰੂ ਕੀਤੀ ਉਹਨੇ। 10 ਤੋਂ ਬਾਅਦ 15 ਵੀ ਆਏਗਾ, 15 ਤੋਂ ਬਾਅਦ 20 ਵੀ ਆਏਗਾ, 20 ਤੋਂ ਬਾਅਦ 25 ਵੀ ਆਏਗਾ, 25 ਤੋਂ ਬਾਅਦ 30 ਵੀ ਆਏਗਾ, ਪਰ ਉਹਨਾਂ ਦੇ ਵਿੱਚ 37 ਨਹੀਂ ਆਵੇਗਾ। ਇਸ ਕਰਕੇ 37 ਗਲਤ ਹੈ। 37 10 ਤੋਂ ਸ਼ੁਰੂ ਕਰੀਏ ਤਾਂ 5, ਜਦੋਂ ਆਪਾਂ 5 5 ਦੀ ਛਾਲ ਮਾਰਾਂਗੇ ਤਾਂ ਉਹਦੇ ਵਿੱਚ 37 ਨਹੀਂ ਆਵੇਗਾ। ਅੱਗੇ ਦੇਖੋ ਜੀ, ਪ੍ਰਸ਼ਨ ਦੂਸਰਾ, ਇਹ ਕਿੰਨੇ ਡੱਬੇ ਹਨ? ਹਾਂਜੀ ਬੱਚੋ, ਇਹਦੇ ਵਿੱਚ 100 ਡੱਬਾ ਹੈ, ਇਹਦੇ ਵਿੱਚ ਵੀ 100 ਡੱਬਾ ਹੈ, ਠੀਕ ਹੈ ਨਾ। ਇਹ ਕਿੰਨੇ ਨੇ? 10 ਡੱਬੇ ਨੇ, ਇਹ ਵੀ 10 ਡੱਬੇ ਨੇ, ਇਹ 1 ਡੱਬਾ ਹੈ। ਤਾਂ 100, 200, 210, 220 ਅਤੇ 221। ਤਾਂ ਡੀ ਆਪਸ਼ਨ ਬਿਲਕੁਲ ਸਹੀ ਹੈ। ਕਿੰਨੇ ਡੱਬੇ ਹਨ ਇਹ? 221। ਅੱਗੇ ਦੇਖੋ ਜੀ, ਪ੍ਰਸ਼ਨ ਤੀਸਰਾ, ਹੇਠ ਦਿੱਤੇ ਕਾਰਡਾਂ ਨਾਲ ਬਣਨ ਵਾਲੀਆਂ ਸੰਖਿਆਵਾਂ ਲਿਖੋ। ਹਾਂਜੀ ਦੇਖੋ ਬੱਚੋ, ਕੱਲਾ ਕੱਲਾ ਅੰਕ ਹੈ, ਇਹਨਾਂ ਨੂੰ ਆਪਾਂ ਇਕੱਠੇ ਕਰਕੇ ਲਿਖਣਾ, ਠੀਕ ਹੈ। ਜਿਵੇਂ ਆਪਾਂ ਇਕੱਲੇ ਊੜਾ ਐੜਾ ਹੁੰਦਾ, ਉਹਨਾਂ ਨੂੰ ਆਪਾਂ ਲਿਖ ਲੈਂਦੇ ਹਾਂ ਤਾਂ ਸਾਡੇ ਕੀ ਬਣਦੇ ਨੇ? ਸ਼ਬਦ ਬਣ ਜਾਂਦੇ ਨੇ। ਐਂ ਜਦੋਂ ਆਪਾਂ ਅੰਕਾਂ ਨੂੰ ਜੋੜਦੇ ਹਾਂ ਤਾਂ ਸੰਖਿਆਵਾਂ ਬਣ ਜਾਂਦੀਆਂ ਹਨ। ਹੁਣ ਅਸੀਂ ਇਹ ਦੇਖਣਾ ਸੰਖਿਆਵਾਂ ਕਿਵੇਂ ਬਣਾਉਂਦੀਆਂ ਹਨ। ਮੈਂ ਤੁਹਾਨੂੰ ਪਹਿਲਾਂ ਵੀ ਰੋਜ਼ ਦੱਸਦੀ ਹਾਂ ਵੀ ਪਹਿਲਾਂ ਤੁਸੀਂ ਇੱਕ ਅੰਕ ਲੈ ਲਓ ਮੂਹਰੇ। ਬੱਚੇ ਪਹਿਲਾਂ ਮੂਹਰੇ 4 ਲਿਖ ਲਓ, 4 ਲਿਖ ਕੇ ਫਿਰ ਮੁੜ ਕੇ 60, 7 67 ਕੀ ਹੋ ਜਾਏਗਾ? 400। ਹਾਂਜੀ ਕੀ ਆਏਗਾ ਅੱਗੇ? 400 ਤੋਂ ਬਾਅਦ ਆਪਾਂ ਕੀ ਲਿਖਾਂਗੇ ਬੱਚੋ? 67। ਕੀ ਹੋ ਜਾਏਗਾ? 467। ਬੱਚੇ ਲਿਖਿਆ ਨਹੀਂ ਜਾ ਰਿਹਾ ਢੰਗ ਨਾਲ, ਠੀਕ ਹੈ। 467। ਇੱਕ ਤਾਂ ਬੱਚੋ ਆਪਾਂ ਇਹ ਲਿਖ ਲਾਂਗੇ। ਇੱਕ ਵਾਰ ਆਪਾਂ ਕੀ ਕਰਾਂਗੇ? ਆਪਾਂ ਕੀ ਲਿਖਾਂਗੇ? 400 ਹਾਂਜੀ 76। ਕੀ ਆ ਜਾਏਗਾ ਬੱਚੋ? 476। ਇੱਦਾਂ ਕਰਕੇ ਅਸੀਂ ਇਸ ਤਰ੍ਹਾਂ ਹੀ ਅਸੀਂ ਕੀ ਕਰਾਂਗੇ? ਇੱਕ ਵਾਰ ਕੀ ਹੈ? 6 ਨੂੰ ਅੱਗੇ ਲੈ ਲਾਂਗੇ। ਕੀ ਲੈ ਲਾਂਗੇ? 6 ਨੂੰ। 6 ਨੂੰ ਅੱਗੇ ਕਿਵੇਂ ਲੈ ਲਾਂਗੇ ਬੱਚੋ? ਪਹਿਲਾਂ ਆਪਾਂ ਲਿਖਾਂਗੇ 600, ਅੱਗੇ ਫਿਰ ਮੂਹਰੇ 4 ਪਾ ਦਿਓ, ਠੀਕ ਹੈ ਨਾ। ਫਿਰ 47। ਕਿੰਨਾ ਲਿਖ ਦਾਂਗੇ ਆਪਾਂ? 47। ਇਸ ਤਰ੍ਹਾਂ ਕਰਕੇ ਬੱਚੋ ਆਪਾਂ ਇਹ ਸਾਰੇ ਕੀ ਹੈ? ਲਿਖ ਸਕਦੇ ਹਾਂ, ਠੀਕ ਹੈ ਨਾ। ਇੱਕ ਤਾਂ ਬਣ ਗਿਆ 467, 476। ਫਿਰ ਬੱਚੋ 6 ਅੱਗੇ ਲਿਖ ਲਾਂਗੇ, 647, ਫਿਰ 670, 4 74। ਫਿਰ ਅਸੀਂ 7 ਅੱਗੇ ਲੈ ਲਾਂਗੇ, 7 ਲਿਖ ਕੇ ਇੱਕ ਵਾਰ 746। ਇੱਕ ਕੀ ਕਰਾਂਗੇ ਬੱਚੋ? 700 ਕੀ ਬਣ ਜਾਏਗਾ? 70, 6 76। ਇਸ ਤਰ੍ਹਾਂ ਕਰਕੇ ਅਸੀਂ ਇਹਨਾਂ ਤੋਂ 6 ਸੰਖਿਆਵਾਂ ਲਿਖ ਲਵਾਂਗੇ। ਪਹਿਲਾਂ ਕੀ ਲਿਖਾਂਗੇ? 467, ਫਿਰ 470, 6 76। ਅੰਕਾਂ ਨੂੰ ਅੱਗੇ ਪਿੱਛੇ ਬਦਲੀ ਚੱਲਾਂਗੇ। ਫਿਰ ਅਸੀਂ 6 ਲਿਖ ਲਾਂਗੇ, 647, 670, 4 74। ਇਸ ਤਰ੍ਹਾਂ ਹੀ ਬੱਚੋ ਅਸੀਂ ਕੀ ਲਿਖਾਂਗੇ? ਮੂਹਰੇ 7 ਲਿਖ ਲਾਂਗੇ। ਹੁਣ 747, ਨਹੀਂ 746, ਅੱਗੇ ਫਿਰ 760, 4 64। ਇਸ ਤਰ੍ਹਾਂ ਜਿਹੜੀਆਂ ਸਾਡੀਆਂ ਸਾਰੀਆਂ ਸੰਖਿਆਵਾਂ ਬਣ ਜਾਣਗੀਆਂ। ਤੁਸੀਂ ਪਲੀਜ਼ ਆਪਣੀ ਕਾਪੀ ਦੇ ਖੁਦ ਇਹ ਲਿਖ ਕੇ ਵੇਖਣੀਆਂ ਨੇ। ਕੱਲ੍ਹ ਨੂੰ ਮਿਲਦੇ ਹਾਂ ਫਿਰ। ਓਕੇ ਬਾਏ, ਹੈਵ ਏ ਨਾਈਸ ਡੇ।